ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਤਿ ਸ੍ਰੀ ਅਕਾਲ ਜੀ ਹਰਚ, ਬਹੁਤ ਬਹੁਤ ਮਿਹਰਬਾਨੀ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ। ਵੇਖੋ ਜੀ ਚੋਪੜੀਆਂ ਤੇ ਨਾਲੇ ਕਿੰਨੀਆਂ 2 ਮਹੀਨੇ ਦੇਖੋ 2 ਮਹੀਨੇ ਬਿਲਕੁਲ ਫ੍ਰੀ ਦੇ ਰਹੇ ਹਾਂ ਅਸੀਂ। ਜਿਹੜਾ ਕੋਈ ਸਬਸਕ੍ਰਿਪਸ਼ਨ ਲੈਂਦਾ ਆ ਉਸ ਤੋਂ ਨਾਲ ਤੁਹਾਨੂੰ ਅਸੀਂ ਪ੍ਰੋਟੈਕਟ ਕਰਨ ਲਈ ਮਾਸਕ ਦੇ ਰਹੇ ਹਾਂ ਬਿਲਕੁਲ ਫ੍ਰੀ ਅਗਰ ਲੈਂਦੇ ਸਬਸਕ੍ਰਿਪਸ਼ਨ। ਤੇ ਉਸ ਤੋਂ ਬਾਅਦ ਵੀ ਤੁਹਾਨੂੰ ਬਿਲਕੁਲ ਫ੍ਰੀ ਪੀਜ਼ਾ ਦੇ ਰਹੇ ਨੇ ਗ੍ਰੈਬ ਪੀਜ਼ਾ ਦੇ ਸ਼ਾਨ ਬਾਈ ਜੀ, ਅਗਰ ਤੁਸੀਂ ਸਬਸਕ੍ਰਿਪਸ਼ਨ ਲੈਂਦੇ ਹੋ ਤਾਂ। ਬਹੁਤ ਅੱਛੇ ਹਰਚ, ਦੇਖੋ ਜਿਉਂ ਹੀ ਇਹ ਲਾਂਚ ਕੀਤਾ ਤੁਸੀਂ ਨਾ ਸਾਰਾ ਪ੍ਰੋਗਰਾਮ, ਤੁਹਾਡੇ ਡੈਡ ਕਾਫੀ ਸਖਤ ਮਿਹਨਤ ਕੀਤੀ ਹੈ ਇਹਦੇ ਵਿੱਚ। ਸਰੋਤਿਆਂ ਦਰਸ਼ਕਾਂ ਦਾ ਬਹੁਤ ਭਰਵਾਂ ਸਹਿਯੋਗ ਵੀ ਮਿਲ ਰਿਹਾ। ਸੋ ਥੋੜੇ ਸਮੇਂ ਦੇ ਵਿੱਚ ਵੱਡੀਆਂ ਪਲਾਂਘਾਂ ਜਿਹੜੀਆਂ ਪੁੱਟੀਆਂ ਨੇ, ਇਹਦੇ ਲਈ ਬਹੁਤ ਬਹੁਤ ਮੁਬਾਰਕ ਤੁਹਾਨੂੰ। ਤੁਹਾਨੂੰ ਵੀ ਜੀ ਬਹੁਤ ਸਾਰੀ ਮੁਬਾਰਕਾਂ। ਐਂਜੋਲ ਸਾਹਿਬ ਤੁਹਾਡੀ ਮੈਂ ਤਾਰੀਫ ਜਿੰਨੀ ਵੀ ਕਰਾਂ ਉਨੀ ਘੱਟ ਹੈ ਜੀ। ਤੁਸੀਂ ਜੋ ਨਿਊਜ਼ ਵਿਊਜ਼ ਅਪ ਟੂ ਡੇਟ ਰੱਖਦੇ ਹੋ ਸਾਨੂੰ, ਥੈਂਕ ਯੂ ਸੋ ਮਚ ਫॉर दैट। ਚਾਹੇ ਉਹ ਪੰਜਾਬੀ ਤੁਸੀਂ ਟਰਾਂਸਲੇਟ ਕਰਕੇ ਉਹੀ ਮਿਹਨਤ ਲੱਗਦੀ ਹੈ ਉਹਦੇ ਵਿੱਚ, ਇੰਗਲਿਸ਼ ਦੇ ਵਿੱਚ ਤੁਸੀਂ ਨਿਊਜ਼ ਭੇਜਦੇ ਹੋ। ਕੀਪਸ ਅਪ ਟੂ ਡੇਟ ਐਂਡ ਥੈਂਕ ਯੂ ਸੋ ਮਚ। ਤੁਸੀਂ ਸੇਵਾ ਕਰ ਰਹੇ ਹੋ ਸਾਡੀ ਕਮਿਊਨਿਟੀ ਵਾਸਤੇ, ਕਿਉਂਕਿ ਅੱਜ ਕੱਲ੍ਹ ਹੈਂਡ ਹੈਲਡ ਡਿਵਾਈਸ ਹੀ ਹੈ ਸਾਰਾ ਕੁਛ। ਐਂਡ ਹੈਂਡ ਹੈਲਡ ਡਿਵਾਈਸ ਦੇ ਵਿੱਚ ਤੁਸੀਂ ਨਿਊਜ਼ ਸਾਨੂੰ ਭੇਜਦੇ ਹੋ ਐਵਰੀ ਮਾਰਨਿੰਗ। ਉਹ ਵੀ ਸਵੇਰੇ ਤਕਰੀਬਨ 8 ਵਜੇ ਤੁਸੀਂ ਡਿੰਗ ਵੱਜ ਜਾਂਦੀ ਸਾਡੇ ਫੋਨ ਤੇ, ਸਾਨੂੰ ਪਤਾ ਲੱਗ ਜਾਂਦਾ ਕਿ ਜੌਲ ਸਾਹਿਬ ਦੀ ਨਿਊਜ਼ ਆ ਚੁੱਕੀ ਹੈ। ਜਿਹੜੇ ਕੋ ਦਿਮਾਗ ਜਿਹੜੇ ਹੱਦੋਂ ਵੱਧ ਤੇਜ਼ ਚੱਲਦੇ ਨਾ ਜੀ, ਕਿਉਂਕਿ ਹੁਣ ਦੁਨੀਆ ਤਾਂ ਸਾਰੀ ਦੇਖੀ ਹੈ, 3-3 4-4 ਵਾਰੀ ਦੇਖੀ ਹੈ, ਪਰ ਮੇਰੇ ਮਨ ਵਿੱਚ ਸਦਾ ਇਹ ਗੱਲ ਰਹਿੰਦੀ ਸੀ ਵੀ ਪੰਜਾਬੀ ਦਾ ਪੱਲਾ ਛੱਡਣਾ ਨਹੀਂ। ਹਾਂ, ਹਾਲੇ ਕਿ ਭਾਸ਼ਾਵਾਂ ਤੇ ਮੈਂ 5 ਬੋਲ ਲੈਣਾ ਹਨਾ, ਕੋਈ ਗੱਲ ਨਹੀਂ, ਕੰਮ ਚਲਾ ਲਈਦਾ ਸਾਰੀਆਂ ਚ, ਉਹ ਐਸੀ ਗੱਲ ਨਹੀਂ। ਜੀ 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 ਜੀ। ਪਰ ਮੇਰਾ ਇਹ ਸੀ ਵੀ ਹੁਣ ਦੇਖੋ ਵੀ ਸਾਰੀ ਦੁਨੀਆ ਦੇਖ ਕੇ, ਮੈਂ ਇੱਕ ਸਰਕਾਰੀ ਸਕੂਲਾਂ ਦੇ ਆਪਾਂ ਪੜ੍ਹੇ ਹੋਏ ਤੇ ਪੰਜਾਬੀ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ, ਸਾਰੀ ਦੁਨੀਆ 'ਚ ਜਾ ਕੇ ਮੇਰੀ ਤੇ ਵਿਗੜੀ ਨਹੀਂ। ਕਿਉਂ ਨਹੀਂ ਵਿਗੜੀ? ਨਹੀਂ ਵਿਗੜਨ ਦਿੱਤੀ। ਹੁਣ ਪੰਜਾਬੀ 'ਚ ਕੰਮ ਕਰਦਿਆਂ, ਲਿਖਦਿਆਂ, ਪੜ੍ਹਦਿਆਂ, ਬੋਲਦਿਆਂ ਕੁਝ ਤੇਜ਼ ਚੱਲਦੇ ਬਾਲੇ ਸ਼ਰਾਰਤੀ ਦਿਮਾਗਾਂ ਨੂੰ ਇਹ ਲੱਗਾ ਵੀ ਸਤਪਾਲ ਜੌਲ ਨੂੰ ਅੰਗਰੇਜ਼ੀ ਨਹੀਂ ਆਉਂਦੀ। ਫਿਰ ਜਦੋਂ ਅਸੀਂ ਅੰਗਰੇਜ਼ੀ 'ਚ ਖਬਰਾਂ ਹੁਣ ਭੇਜਦੇ ਹਾਂ ਰੋਜ਼, ਤੇ ਕਾਫੀ ਲੋਕ ਠੰਬਰ ਜਾਏ ਗਏ, ਜਾਣੀ ਉਹ ਸ਼ਰਾਰਤੀ ਦਿਮਾਗ ਸੀ ਜਿਹੜੇ, ਤੇ ਫਿਰ ਇਹ ਫੋਨ ਆਉਣ ਲੱਗ ਗਿਆ ਜੀ ਕਿ ਹੁਣ ਸਾਨੂੰ ਅੰਗਰੇਜ਼ੀ ਨਹੀਂ ਸਮਝ ਆਉਂਦੀ। ਅੱਛਾ, ਯੈਸ ਯੈਸ ਯੈਸ, ਸਾਡੀ ਗੱਲ ਹੋਈ ਸੀ ਇਹਦੇ ਵਿੱਚ। ਯੈਸ, ਤਦੇ ਕਰਕੇ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਬਹੁਤ ਸਤਿਕਾਰ ਹੈ, ਆ ਲਓ ਫਿਰ ਪੰਜਾਬੀ 'ਚ ਵੀ ਲਓ ਹੁਣ, ਤਾਂ ਕਿ ਕੋਈ ਉਲਾਂਭਾ ਨਾ ਰਹੇ। ਹਾਂ ਬਿਲਕੁਲ ਜੌਲ ਸਾਹਿਬ, ਬਿਲਕੁਲ। ਸਾਰੀ ਇਨਫੋਰਮੇਸ਼ਨ ਹੱਥ ਦੇ ਵਿੱਚ, ਫੋਨ ਦੇ ਵਿੱਚ ਭੇਜੀ ਹੋਈ ਪਈ ਆ। ਇਹ ਹੁਣ ਉਹੀ ਅੱਕੀ ਪਲਾਈ ਹੱਥ ਮਾਰਨਗੇ ਅਗਿਆਨਤਾ ਦੇ ਵਿੱਚ, ਜਾਂ ਮਾਰਨਗੀਆਂ ਜਿਨ੍ਹਾਂ ਨੂੰ ਉਹਨੂੰ ਖੋਲ ਕੇ ਪੜ੍ਹਨ ਦੀ ਹਿੰਮਤ ਨਹੀਂ ਜੁਟਾਉਣੀ। ਜੀ ਜੀ। ਹੋਰ ਕੋਈ ਇਸ ਵੇਲੇ ਗੱਲ ਨਹੀਂ ਰਹਿ ਗਈ ਵੀ ਜਿਹੜਾ ਬਾਅਦ ਦੇ ਵਿੱਚ ਹੈਲੋ ਜੌਲ ਸਾਹਿਬ, ਹੈਲੋ, ਆਈ ਥਿੰਕ ਤੁਹਾਡੀ ਜੌਲ ਸਾਹਿਬ ਆਵਾਜ਼ ਥੋੜੀ ਕੱਟ ਕੇ ਆ ਰਹੀ ਹੈ ਜੀ। ਹੈਲੋ 905 813 1320 905 813 1320। ਜੌਲ ਸਾਹਿਬ ਆਈ ਥਿੰਕ ਛੋਟੀ ਜਿਹੀ ਟੈਕਨੀਕਲ ਡਿਫਿਕਲਟੀ ਆਈ ਹੈ ਸਾਨੂੰ। ਇੱਕ ਛੋਟੀ ਜਿਹੀ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ। ਸੁਣਦੇ ਤੇ ਦੇਖਦੇ ਜਾ ਰਹੇ ਹੋ ਪ੍ਰੋਗਰਾਮ ਤੁਸੀਂ ਮਨਪਸੰਦ ਤੁਹਾਡਾ ਏਸ਼ੀਅਨ ਵਿਜ਼ਨ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN टोरांटो। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर since 1992. Visit in store for much more. 2 locations to serve you. Stevens Furniture. ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀ ਹਾਂ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। ਜੌਲ ਸਾਹਿਬ ਦੀ ਲਾਈਨ ਕੱਟੀ ਗਈ ਸੀ। ਜੌਲ ਸਾਹਿਬ ਯੈਸ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। ਹਾਂਜੀ, ਬਹੁਤ ਮਿਹਰਬਾਨੀ। ਬਸ ਇਹੀ ਦੱਸ ਰਿਹਾ ਸੀ ਕਿ ਜਿਹੜੀ ਇਨਫੋਰਮੇਸ਼ਨ ਆਪਾਂ ਭੇਜਦੇ ਹਾਂ ਉਹਨੂੰ ਪੜ੍ਹਨ ਨੂੰ ਕਿੰਨੇ ਮਿੰਟ ਲੱਗਦੇ? 5 ਹੀ ਲੱਗਦੇ ਨਾ? ਜੀ ਜੀ, 5 ਹੀ ਲੱਗਦੇ। ਉਹਨੂੰ ਤਿਆਰ ਕਰਨ ਨੂੰ ਸ਼ਾਇਦ ਕਈ ਵਾਰੀ 5 ਘੰਟੇ ਲੱਗ ਜਾਂਦੇ ਹੋਣ, ਤੇ ਜੇ ਹੁਣ ਉਹ ਕਿਸੇ ਨੇ 5 ਮਿੰਟ ਲਾ ਕੇ ਪੜ੍ਹ ਹੀ ਨਹੀਂ ਸਕੇ ਤੇ ਫਿਰ ਉਹ ਸਾਡੀ ਗੱਲ ਕੀਤਾ ਹੋਇਆ ਕੰਮ ਅਧੂਰਾ ਰਹਿ ਗਿਆ, ਉਹਦਾ ਮਿਸ਼ਨ ਨਹੀਂ ਪੂਰਾ ਹੋਇਆ ਜੀ। ਸੋ ਇਸੇ ਕਰਕੇ ਹੀ ਜਿੰਨੇ ਵੀ ਆਹ ਸਕੈਮ, ਫਰਾਡ, ਠੱਗੀਆਂ, ਹੋਰ ਪਤਾ ਨਹੀਂ ਕੀ ਸਾਲੋਂ ਸਾਲ ਲਗਾਤਾਰ ਅਸੀਂ ਤੇ ਆਪਣੇ ਵੱਲੋਂ ਆਪਣਾ ਫਰਜ਼ ਅਦਾ ਕਰ ਰਹੇ ਹਾਂ ਜੀ। ਪਰ ਇਹ ਫਿਰ ਕੈਨੇਡਾ ਵਰਗੇ ਦੇਸ਼ ਦੇ ਵਿੱਚ ਵੀ ਕਿ ਜੇ ਕੋਈ ਲੁੱਟ ਠੱਗ ਹੋ ਰਹੇ ਨੇ ਤੇ ਹੁਣ ਫਿਰ ਕਸੂਰ ਮੈਂ ਸਮਝਾਂਗਾ ਵੀ ਸਿਸਟਮ ਦਾ ਜਾਂ ਹੋਰ ਕਿਸੇ ਦਾ ਨਹੀਂ, ਸਭ ਤੋਂ ਪਹਿਲਾਂ ਉਸ ਭੈਣ ਭਰਾ ਦਾ ਆਪਣਾ ਹੀ ਹੋਣਾ ਚਾਹੀਦਾ, ਉਹਨਾਂ ਨੂੰ ਥੋੜ੍ਹਾ ਜਿਹਾ ਜੁੜ ਜਾਣਾ ਚਾਹੀਦਾ। ਬਿਲਕੁਲ। ਮਦਰਸ ਡੇ ਬਾਰੇ ਥੋੜ੍ਹੀ ਜਿਹੀ ਗੱਲ ਕਰਕੇ ਫਿਰ ਆਪਾਂ ਅੱਗੇ ਚੱਲਾਂਗੇ। ਉਹ ਇਹ ਅੱਜ ਭਈ
ਮਾਵਾਂ ਦਾ ਮਦਦ ਜੀ, ਦੇ yes. ਸਦਾ ਹੀ ਹਰ ਰੋਜ਼ ਹੀ ਹਰ ਪਲ ਜਿੰਨਾ ਧੰਨਵਾਦ ਕਰੀਏ ਘੱਟ ਹੈ। ਮੈਂ ਮੁਬਾਰਕਬਾਦ ਮਾਵਾਂ ਨੂੰ ਆਖਣਾ ਚਾਹਾਂਗਾ, ਪਰ ਇੱਕ ਤਰ੍ਹਾਂ ਦੀਆਂ ਮਾਵਾਂ ਨੂੰ ਛੱਡਣਾ ਚਾਹਾਂਗਾ। ਉਹ ਨੇ ਜਿਨ੍ਹਾਂ ਨੇ ਕੈਨੇਡਾ ਅਮਰੀਕਾ ਦੇ ਵਿੱਚ ਆ ਕੇ ਜਦੋਂ ਪਤਾ ਲੱਗਾ ਵੀ ਉਹਨਾਂ ਦੇ ਜਨਮ ਹੋਣ ਵਾਲੇ ਬੱਚੇ ਦੇ ਬਾਰੇ ਪਤਾ ਲੱਗਿਆ ਵੀ ਉਹ ਲੜਕੀ ਹੈ, ਉਹਦਾ ਕਰਾਤਾ ਅਬੋਰਸ਼ਨ। ਜੇ ਕੋਈ ਇਹੋ ਜਿਹੀ ਮਾਂ ਹੈ ਉਹਨੂੰ ਮੈਂ ਹੈਪੀ ਮਦਰਸ ਡੇ ਨਹੀਂ ਕਹਿਣਾ ਚਾਹਾਂਗਾ, ਬਾਕੀ ਸਾਰੀਆਂ ਨੂੰ ਕਹਿਣਾ ਚਾਹਾਂਗਾ। ਬਿਲਕੁਲ। ਇੱਕ ਵੀ ਇਸ ਕਰਕੇ ਜੇ ਉਹਨੇ ਅਬੋਰਸ਼ਨ ਕਰਾਇਆ ਵੀ ਮੇਰੇ ਪੇਟ 'ਚ ਲੜਕੀ ਹੈ ਤੇ ਮੈਨੂੰ ਲੜਕਾ ਚਾਹੀਦਾ, ਕੈਨੇਡਾ ਆ ਕੇ ਅਮਰੀਕਾ ਆ ਕੇ, ਉੱਥੇ ਤਾਂ ਚਲੋ ਪਤਾ ਨਹੀਂ ਨਾ, ਆਪਣਾ ਬਹਾਨਾ ਚੱਲ ਜਾਂਦਾ ਵੀ ਸਮਾਜ ਦੇ ਨਾਲ ਚੱਲਣਾ ਪੈਂਦਾ। ਕੈਨੇਡਾ ਆ ਕੇ ਜਿਨ੍ਹਾਂ ਨੇ ਇਹ ਕਾਰੇ ਕੀਤੇ ਉਹਨਾਂ ਮਾਵਾਂ ਨੂੰ ਮੈਂ ਮਦਰਸ ਡੇ ਮੁਬਾਰਕਬਾਦ ਨਹੀਂ ਆਖਣਾ ਚਾਹੁੰਦਾ ਜਿੰਨਾ ਚਿਰ ਉਹ ਆਪਣੇ ਸੁਭਾਅ ਚੇਂਜ ਨਹੀਂ ਕਰ ਲੈਂਦੀਆਂ। ਬਾਕੀ ਸਾਰੀਆਂ ਮਾਵਾਂ ਨੂੰ ਮਦਰਸ ਡੇ ਮੁਬਾਰਕ। ਬਿਲਕੁਲ ਜੋਲ ਸਾਹਿਬ, ਵੈਲ ਸੈਡ ਬਿਲਕੁਲ। I couldn't have said it better ਜੋਲ ਸਾਹਿਬ, ਤੁਸੀਂ ਬਹੁਤ ਵਧੀਆ ਕਿਹਾ ਕਿ ਯਸ। ਸੋ ਸਾਰੀ ਮਾਵਾਂ ਨੂੰ, ਸਾਰੀਆਂ ਜੋ ਵੀ ਮਦਰਸ ਡੇ ਮਨਾ ਰਹੇ ਨੇ ਇਸ ਕੋਵਿਡ ਦੇ ਮਹਾਮਾਰੀ ਦੇ ਵਿੱਚ, ਕਿੰਨੀਆਂ ਮਾਵਾਂ ਸਾਡੇ ਤੋਂ ਵਿਛੜ ਚੁੱਕੀਆਂ ਨੇ, ਲਵਡ ਵਨਸ। ਪਤਾ ਨਹੀਂ ਆਈ ਥਿੰਕ 20 ਸਾਲ ਤੋਂ ਲੈ ਕੇ 60, 70, 80 ਸਾਲ ਤੱਕ ਬੱਚੇ ਜਾਂ ਬਜ਼ੁਰਗ ਸਾਡੇ ਤੋਂ ਵਿਛੜ ਚੁੱਕੇ ਨੇ। ਐਂਡ ਸਮ ਪੀਪਲ ਲੋਸਟ देयर ਮਦਰਸ ਇਨ ਦਿਸ ਪੈਂਡੈਮਿਕ। ਸੋ ਉਹਨਾਂ ਦਾ ਵੀ ਅਸੀਂ ਦਿਲੋਂ ਦੁੱਖ ਦਾ ਇਜ਼ਹਾਰ ਕਰਦੇ ਹਾਂ। ਐਂਡ ਕੱਲ੍ਹ ਨੂੰ ਮਦਰਸ ਡੇ ਹੈ ਜੀ। ਸੋ ਸਾਰੀਆਂ ਹੀ ਮਾਵਾਂ ਨੂੰ ਜੋ ਵੀ ਮਦਰਸ ਡੇ ਮਨਾ ਰਹੇ ਨੇ, ਸਾਨੂੰ ਸਭ ਨੂੰ ਮੁਬਾਰਕਾਂ ਮਦਰਸ ਡੇ ਦੀਆਂ। ਐਂਡ ਯੈਸ, ਐਸ ਜੋਲ ਸਾਹਿਬ ਸੈਡ, ਜਿਨ੍ਹਾਂ ਨੇ ਅਬੋਰਸ਼ਨਸ ਕਰਾਏ ਨੋਇੰਗ ਇਟ ਇਜ਼ ਅ ਗਰਲ, ਉਹ ਵੀ ਕੈਨੇਡਾ ਆ ਕੇ ਜੀ, ਨੋਇੰਗ ਕੈਨੇਡਾ ਆ ਕੇ ਆਪਣੇ ਮਤਲਬ ਕਹਿਣਾ ਮੈਂ ਇਹ ਚਾਹੁੰਦਾ, ਸਵਰਗ ਜੀਵਨ ਦਾ ਉਹਨਾਂ ਚਿਰ ਨਹੀਂ ਮਿਲਣਾ ਜਿੰਨਾ ਚਿਰ ਸੋਚ ਦਾ ਕੂੜ ਕਬਾੜਾ ਉਹੀ ਗੰਦਗੀ ਵਾਲਾ ਇੰਪੋਰਟ ਕੀਤਾ ਹੋਇਆ ਨਵੀਂ ਧਰਤੀ ਤੇ ਜਾ ਕੇ। ਜੀ, ਤੁਸੀਂ ਭਾਵੇਂ ਬ੍ਰਹਿਮੰਡ ਬਦਲ ਲਓ, ਜੇ ਸੋਚਾਂ ਦਾ ਕੂੜ ਕਬਾੜਾ ਉਹੀ ਹੈ ਵੀ ਲੜਕੀ ਆ ਤੇ ਮਾਰ ਦੋ, ਲੜਕਾ ਆ ਤੇ ਰੱਖ ਲਓ, ਲੜਕੀ ਨੂੰ ਉਲਾਂਭਾ ਦੇਈ ਜੋ ਸਾਰੀ ਉਮਰ ਤੈਨੂੰ ਪੜ੍ਹਾਤਾ, ਤੇਰਾ ਵਿਆਹ ਕਰਤਾ, ਉਹ ਪੜ੍ਹਾਤਾ ਵਿਆਹ ਕਰਤਾ ਤੇ ਲੜਕੇ ਨੂੰ ਵੀ ਸੀਗਾ, ਉਹਦਾ ਉਲਾਂਭਾ ਕਿਉਂ ਨਹੀਂ ਹੋਇਆ? ਬਿਲਕੁਲ। ਸੋ ਇਸ ਕਰਕੇ ਜੇ ਕਿਸੇ ਨੇ ਨੋਇੰਗਲੀ, ਮਾਂ ਹੋਵੇ ਜਾਂ ਬਾਪ ਹੋਵੇ, ਉਹਨਾਂ ਨੇ ਇਸ ਕਰਕੇ ਅਬੋਰਸ਼ਨ ਕੀਤਾ ਜਾਂ ਕਰਾਇਆ, ਸੱਸਾਂ ਨੇ ਜਾਂ ਵਗੈਰਾ ਨੇ ਜੋ ਵੀ ਉਹਦੇ ਵਿੱਚ ਸ਼ਾਮਲ ਨੇ, ਉਹਨਾਂ ਨੂੰ ਅਸੀਂ ਮਦਰਸ ਡੇ, ਫਾਦਰਸ ਡੇ ਮੁਬਾਰਕਬਾਦ ਛੱਡਣਾ ਚਾਹਾਂਗੇ ਜੀ। ਜਿੰਨਾ ਚਿਰ ਉਹ ਆਪਣੀ ਲਾਈਨ ਤੇ ਦੁਬਾਰਾ ਆ ਨਹੀਂ ਜਾਂਦੇ, ਜਿਹੜੀ ਬਾਣੀ ਨੂੰ ਮੱਥਾ ਟੇਕਦੇ ਆ ਉਹਨੂੰ ਮੰਨਣਾ ਸ਼ੁਰੂ ਨਹੀਂ ਕਰਦੇ ਪ੍ਰੈਕਟੀਕਲੀ ਜੀ। Alright, let's get started with the news. Joel Saab, 9058131320 905 813 1320। ਸੈਂਸਸ ਗੱਲ ਕਰੀਏ 2021, ਜਿਹਨੂੰ ਪੰਜਾਬੀ ਦੇ ਵਿੱਚ ਆਈ ਬਲੀਵ ਡੈਡ ਕਹਿੰਦੇ ਆ ਮਰਦਸ਼ੁਮਾਰੀ। ਇਜ਼ ਦੈਟ ਵਾਟ ਇਟ ਇਜ਼? ਹਾਂਜੀ, ਫਰਸਟ ਟਾਈਮ ਹੀਅਰਿੰਗ ਦੈਟ ਵਰਡ ਮਰਦਸ਼ੁਮਾਰੀ। ਅਸੀਂ ਜਿਹੜਾ ਇੱਕ ਤੁਹਾਨੂੰ ਦਿਖਾ ਹੀ ਦਿੰਦੇ ਆ ਜੀ, ਆਹ ਵੇਖੋ ਜੀ, ਮੇਰੇ ਹੱਥ ਦੇ ਵਿੱਚ ਫੜਿਆ ਜੀ, ਇਹ ਲੈਟਰ ਤੁਹਾਡੇ ਘਰ ਦੇ ਵਿੱਚ ਆਈ ਹੋਣੀ ਹੈ। ਤੇ ਇਹ ਜੋਲ ਸਾਹਿਬ, ਇਹਦਾ ਥੋੜਾ ਮੈਨੂੰ ਦੱਸੋ ਜੀ ਕਿ ਵਾਟ ਇਜ਼ ਦਿਸ? ਅੱਜ ਨਾ ਅਰਸ਼ ਪੰਜਾਬ ਤੋਂ ਫੋਨ ਆਇਆ ਸੀ, ਸਰਕਾਰ ਤੋਂ, ਤੇ ਅਸੀਂ ਉਹਦੇ ਵਿੱਚ ਸ਼ਬਦ ਲਿਖਿਆ ਜਨਸੰਖਿਆ ਜਾਂ ਫਿਰ ਆਪਾਂ ਸੁਣਦੇ ਹਾਂ ਜਨਗਣਨਾ। ਮਰਦਮਸ਼ੁਮਾਰੀ ਚ ਸਮੱਸਿਆ ਇਹ ਆ ਵੀ ਉਹ ਮਰਦਾਂ ਦੀ ਗੱਲ ਕਰਦੀ ਆ, ਬੰਦਿਆਂ ਦੀ, ਇੱਕ ਲਿੰਗ ਦੀ ਗੱਲ ਕਰਦੀ ਆ, ਜਿਸ ਕਰਕੇ ਵੀ ਇੱਕ ਜੈਂਡਰ ਦੀ ਗੱਲ ਮਰਦਮਸ਼ੁਮਾਰੀ ਵਰਡ ਵਿੱਚ ਹੋਣ ਕਰਕੇ ਆਪਾਂ ਉਹ ਜਾਂ ਤੇ ਜਨਸੰਖਿਆ ਜਾਂ ਜਨਗਣਨਾ, ਆਮ ਤੌਰ ਤੇ ਹਿੰਦੀ ਜਨਗਣਨਾ ਸਮਝ ਲਿਆ ਜਾਂਦਾ ਜੀ, ਪਰ ਸੈਂਸਸ ਦੀ ਗੱਲ ਹੈ ਜੀ। ਵੀ ਕੈਨੇਡਾ ਹਰ 5 ਸਾਲ ਬਾਅਦ ਇਹ ਕਰਦੇ ਨੇ। 2021 ਇਹ ਸਾਲ ਜਿਹੜਾ ਜੀ ਵੀ ਇੱਥੇ ਜਨਸੰਖਿਆ ਦਾ ਸਾਲ ਹੈ ਜੀ, ਜਿਹਦੇ ਦੌਰਾਨ ਕਿ ਉਹ ਪਤਾ ਕਰਦੇ ਨੇ ਵੀ ਹਾਂਜੀ ਕਿਸ ਕਿਸਮ ਦੇ ਲੋਕ ਇੱਥੇ ਰਹਿ ਰਹੇ ਨੇ, ਕਿਹੜੀਆਂ ਕਿਹੜੀਆਂ ਕਮਿਊਨਿਟੀਜ਼ ਹੈਗੀਆਂ ਜੀ, ਹਾਂਜੀ ਉਹਦੇ ਵਿੱਚ ਕਿੰਨੇ ਬੱਚੇ ਨੇ, ਕੀ ਉਮਰਾਂ ਨੇ, ਸਭ ਕੁਝ ਨੇ, ਕਿੰਨੇ ਸਿਟੀਜ਼ਨ ਹੈ, ਕਿੰਨੇ PR ਆ, ਕਿੰਨੇ ਜਿਹੜੇ ਜੀ ਸਾਡੇ ਸਿਟੀਜ਼ਨ ਜਿਹੜੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਫੌਜ ਵਿੱਚ ਡਿਊਟੀ ਨਿਭਾ ਰਹੇ ਨੇ, ਜਾਂ ਜਿਹੜੇ ਉੱਥੇ ਅੰਬੈਸੀਆਂ ਦੇ ਵਿੱਚ ਫੋਰਨ ਸਰਵਿਸ ਦੇ ਲੋਕ, ਉਹਨਾਂ ਦਾ ਵੀ ਮੈਂਡੇਟੋਰੀ ਹੈ ਸਾਰਿਆਂ ਦਾ ਇਸ ਜਨਸੰਖਿਆ ਦੀ ਮੁਹਿੰਮ ਦੇ ਵਿੱਚ ਸ਼ਾਮਲ ਹੋਣ ਦਾ। ਇਹਦੇ ਨਾਲ ਹੀ ਜਿੰਨੇ ਇੰਟਰਨੈਸ਼ਨਲ ਸਟੂਡੈਂਟਸ ਨੇ, ਜਿੰਨੇ ਵਰਕ ਪਰਮਿਟ ਹੋਲਡਰ ਨੇ, ਸਾਰਿਆਂ ਲਈ ਮੈਂਡੇਟੋਰੀ ਆ ਇਹ 11 ਮਈ ਤੱਕ। ਇਹਦੇ ਵਿੱਚ ਹੁਣ ਕਾਫੀ ਕੁਝ ਹੋਰ ਵੀ ਆ, ਹਨਾ। ਇਹਨੇ ਨਾਲ ਲੇਕਿਨ ਕਿ ਕਾਫੀ ਜਿਹੜੀ, ਕਿਉਂਕਿ ਹੁਣ ਅਸੀਂ ਕਹਿੰਦੇ ਵੀ ਮਲਟੀ ਕਲਚਰਲਿਜ਼ਮ ਹੈ, ਬਹੁਤ ਸੱਭਿਆਚਾਰ ਜਿਹੜਾ ਇਹ ਦੇਸ਼ ਹੈ, ਤਰ੍ਹਾਂ ਦੀਆਂ ਕਮਿਊਨਿਟੀਜ਼ ਆ ਗਈਆਂ, ਤਰ੍ਹਾਂ ਦੀਆਂ ਕਮਿਊਨਿਟੀਜ਼ ਆ ਗਈਆਂ ਤੇ ਆਪਣੀਆਂ ਵਿਰਾਸਤਾਂ ਵੀ ਨਾਲ ਲੈ ਕੇ ਆਈਆਂ ਨੇ ਜੀ। ਉਹਨਾਂ ਵਿਰਾਸਤਾਂ ਦੀ ਜਾਣੀ ਕਿ ਇਸ ਮੁਲਕ ਦੇ ਵਿੱਚ ਵੀ ਆ ਕੇ ਜੜ ਲੱਗ ਸਕੇ, ਉਸ ਤਰ੍ਹਾਂ ਦੇ ਗਵਰਨਮੈਂਟ ਜਿਹੜੇ ਵੀ ਪ੍ਰੋਗਰਾਮ ਤਿਆਰ ਕਰ ਸਕੇ। ਤਦ ਕਰਕੇ ਇਹ ਜਿਹੜੀ ਜਨਸੰਖਿਆ ਹਰ 5 ਸਾਲ ਬਾਅਦ ਉਹ ਬੜੀ ਅਹਿਮ ਹੁੰਦੀ ਹੈ। ਸੋ ਅਜਿਹੇ ਮੌਕੇ ਤੇ ਜਾਣੀ ਕਿ ਵੀ ਇਨਫੋਰਮੇਸ਼ਨ ਤੇ ਦੇਣੀ ਆ ਸਾਰੀ ਸਹੀ, ਅਸੀਂ ਇਹ ਨਹੀਂ ਕਹਿੰਦੇ ਵੀ ਜੇ ਨਹੀਂ ਤੇ ਫੇਰ ਕਹਿ ਦਿਓ, ਪਰ ਜਿਹਦੀ ਬੋਲੀ ਪੰਜਾਬੀ ਹੈ
ਜੀ, ਜਿਹਦੀ ਬੋਲੀ ਹਿੰਦੀ ਆ, ਉਰਦੂ ਆ, ਜੋ ਵੀ ਆ ਹਨ, ਉਹਦੇ ਉਹ ਆਲਮਦਾਰ ਬਣ ਜਾਣ, ਪੈਰਾਪੀ ਲੈਣ। ਆਪਣੀ ਬੋਲੀ ਜਿਨ੍ਹਾਂ ਦੀ ਪੰਜਾਬੀ ਆ, ਉਹ ਇਹਦੇ ਵਿੱਚ ਹੁਮ ਹਮਾ ਕੇ ਪੰਜਾਬੀ ਲਿਖ ਸਕਦੇ ਨੇ, ਹਨਾ। ਉਹਦੇ ਵਿੱਚ ਉਹਨਾਂ ਨੇ ਬੜਾ ਵਧੀਆ ਡੀਟੇਲ ਦੇ ਵਿੱਚ 2-3 ਵਾਰੀ ਪੁੱਛਿਆ ਹੋਇਆ, ਹਨਾ ਜੀ, ਕਿਹੜੀਆਂ ਲੈਂਗੁਏਜਸ ਬੋਲ ਲੈਂਦੇ ਹੋ, ਹਨਾ, ਕਿਹੜੀ ਲੈਂਗੁਏਜ ਤੁਸੀਂ ਸਭ ਤੋਂ ਪਹਿਲਾਂ ਸਿੱਖੀ ਸੀ ਜਦੋਂ ਜਨਮ ਹੋਇਆ, ਬੋਲਣਾ ਸ਼ੁਰੂ ਕੀਤਾ। ਜੀ ਜੀ, ਪੂਰਾ ਡੀਟੇਲ ਦੇ ਵਿੱਚ ਲਿਖਿਆ ਦੇ ਵਿੱਚ, ਬਿਲਕੁਲ। ਸੋ ਨਾ ਚੱਲਿਆ ਪੰਜਾਬੀ ਘਰਾਂ ਦੇ ਵਿੱਚ ਤੇ ਬੱਚਾ ਪੰਜਾਬੀ ਸਭ ਤੋਂ ਪਹਿਲਾਂ ਸੁਣੇਗਾ ਤੇ ਸਿੱਖੇਗਾ ਤੇ ਬੋਲੇਗਾ ਨਾ, ਜੇ ਪੰਜਾਬੀ ਫੈਮਿਲੀ ਦੇ ਵਿੱਚ ਆ ਜੀ। ਸੋ ਇਸ ਕਰਕੇ ਉਹਨਾਂ ਦੀ ਅਹਿਮੀਅਤ ਦੇ ਨਾਲ ਤੁਸੀਂ ਬੋਲੀ ਪੰਜਾਬੀ ਲਿਖ ਸਕਦੇ ਹੋ। ਸੋ ਇਹ ਮੌਕਾ ਹੈ ਜੀ ਕਿ ਜਿਸ ਵੇਲੇ ਅਸੀਂ, ਕਿਉਂਕਿ ਹੁਣ ਪਿਛਲੀ ਵਾਰੀ ਜਿਹੜੀ ਹੋਈ ਸੀ ਜਨਸੰਖਿਆ ਜੀ, ਉਹਦੇ ਵਿੱਚ ਕੋਈ 5.5 ਲੱਖ ਲੋਕਾਂ ਨੇ ਕਿਹਾ ਸੀ, 5,65,000 ਦੇ ਕਰੀਬ ਅਸੀਂ ਪੰਜਾਬੀ ਆ। ਓਕੇ, ਹੁਣ ਸਮਝਾਇਆ ਜਾਂਦਾ ਵੀ ਇਹ 10 ਲੱਖ ਤੋਂ ਵੀ ਉੱਪਰ ਨੰਬਰ ਹੋ ਸਕਦਾ ਪੰਜਾਬੀਆਂ ਦਾ। ਕੀ ਬਾਤ ਹੈ, ਕਿਉਂਕਿ ਲਗਾਤਾਰਤਾ ਦੇ ਨਾਲ ਤੁਸੀਂ ਕਿਸੇ ਏਅਰਪੋਰਟ ਤੇ ਜਾ ਕੇ ਦੇਖ ਲਓ ਵੀ ਕਿੱਦਾਂ ਦੇ ਲੋਕ ਉਤਰ ਰਹੇ ਜਹਾਜ਼ਾਂ ਤੋਂ, ਹਨਾ। ਔਰ ਇਹ ਮਈ 11 ਤੋਂ ਪਹਿਲਾਂ ਯੂ ਹੈਵ ਟੂ ਕੰਪਲੀਟ ਦਿਸ। ਇੱਕ ਸਿਕਿਉਰ ਕੋਡ ਆਉਂਦਾ ਹੈ ਉੱਤੇ, ਉਹ ਕੋਡ ਨੂੰ ਤੁਸੀਂ ਟਾਈਪ ਇਨ ਕਰਨਾ ਹੈ ਜੀ, www.census.gc.ca। ਤੁਹਾਨੂੰ ਬਹੁਤ ਸਿੰਪਲ ਜਿਹੇ ਸਟੈਪਸ ਨੇ, ਉਹ ਕੋਡ ਟਾਈਪ ਕਰਕੇ ਤੁਸੀਂ ਫਿਰ ਆਪਣੇ ਇਹ ਭਰ ਸਕਦੇ ਹੋ। ਜਦੋਂ ਡੋਲ ਸਾਹਿਬ ਨੇ ਕਿਹਾ ਕਿ ਤੁਸੀਂ ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਜੋ ਵੀ ਤੁਹਾਡੀ ਮਦਰ ਟੰਗ ਹੈ ਜਾਂ ਤੁਸੀਂ ਬੋਲਦੇ ਹੋ, ਸੋ ਇਹ ਮਈ 11 ਤੋਂ ਪਹਿਲਾਂ ਤੁਹਾਨੂੰ ਕੰਪਲੀਟ ਕਰਨੀ ਪਵੇਗੀ ਜੀ ਡੋਲ ਸਾਹਿਬ। ਔਰ ਇਹਦੇ ਨਾਲ ਹੀ ਥੋੜੀ ਕਨਫਿਊਜ਼ਨ ਵੀ ਚੱਲ ਰਹੀ ਹੈ ਅਰਸ਼, ਵੀ ਆਪਣੇ ਲਈ ਤਾਂ ਹੁਣ ਜਿਹੜਾ ਪੰਜਾਬ ਹੈ, ਜਿੰਨਾ ਇਹ ਪੰਜਾਬ ਭਾਰਤ ਵਿੱਚ ਆ, ਉਹਦੇ ਨਾਲੋਂ ਦੁੱਗਣਾ ਤਿੱਗਣਾ ਤੇ ਪਾਕਿਸਤਾਨ ਵਿੱਚ ਹੈ। ਹਾਂਜੀ, ਹੁਣ ਲੋਕ ਤੇ ਉਹ ਵੀ ਪੰਜਾਬ ਦੇ ਪੰਜਾਬੀ ਆ ਨਾ, ਉਹ ਹੁਣ ਜੇ ਪੰਜਾਬੀ ਆ ਤੇ ਫਿਰ ਉਹ ਆਪਣੀ ਬੋਲੀ ਪੰਜਾਬੀ ਲਿਖਾਉਣਗੇ। ਬਿਲਕੁਲ ਬਿਲਕੁਲ ਬਿਲਕੁਲ। ਸੋ ਜਿਹੜੀ ਡਿਸਕ੍ਰਿਮੀਨੇਟਰੀ ਜਿਹੜੀ ਇਸ ਤਰ੍ਹਾਂ ਦੀ ਪਿੱਛੇ ਆ ਸੰਦੇਸ਼ ਸੁਣਨ ਨੂੰ ਕਿਤੇ ਮਿਲ ਰਿਹਾ, ਸਪੈਸ਼ਲੀ ਜਿਹੜੀ ਲਾਹੌਰੀ ਪੰਜਾਬੀ ਹੁੰਦੀ ਹੈ, ਪੰਜਾਬੀ ਬੋਲੀ ਲਿਖਾਤੀ ਤੇ ਫਾਇਦਾ ਜਾਣੀ ਇੰਡੀਆ ਵਾਲੇ ਪੰਜਾਬੀਆਂ ਨੂੰ ਹੋ ਜਾਏ। ਹਾਂ, ਨਾ ਏਦਾਂ ਨਹੀਂ ਇਹ ਗੱਲ ਤੇ ਬਿਲਕੁਲ ਗੱਲ। ਉਹ ਇੰਡੀਆ ਵਾਲੇ ਪੰਜਾਬੀ ਹੋਣ, ਪਾਕਿਸਤਾਨ ਵਾਲੇ ਪੰਜਾਬੀ ਹੋਣ, ਹੈ ਤਾਂ ਪੰਜਾਬੀ ਬੋਲੀ ਆ, ਸਾਡੇ ਨਾਲੋਂ ਵੀ ਉਹ ਜ਼ਿਆਦਾ ਵਧੀਆ ਪੰਜਾਬੀ। ਬਿਲਕੁਲ, ਸਪੈਸ਼ਲੀ ਲਾਹੌਰੀ ਪੰਜਾਬੀ। ਓਏ ਹੋਏ ਹੋਏ, ਯੈਸ, ਕਿੰਨੇ ਦੁੱਖ ਦੀ ਗੱਲ ਆ ਵੀ 1947 ਚ ਮਾਝਾ ਵੰਡਿਆ ਗਿਆ। ਹਾਂਜੀ ਜੀ, ਹਨਾ, ਉਹਨਾਂ ਦੀ ਪੰਜਾਬੀ ਜਾ ਕੇ ਤੁਹਾਡੇ ਉੱਥੇ ਅੰਮ੍ਰਿਤਸਰ ਤੁਸੀਂ ਜਾਓ, ਗੁਰਦਾਸਪੁਰ ਜਾਓ, ਜਿਹੜੀ ਉਹ ਮਝੈਲੀ ਬੋਲੀ ਆ, ਜਿੰਨੀ ਪੰਜਾਬ ਇਧਰਲੇ ਆਪਣੇ ਵਾਲੇ ਚਾਹੀਏ ਉਹ ਤੋਂ ਜ਼ਿਆਦਾ ਕਿਤੇ ਤਾਂ ਉੱਥੇ ਰਹਿ ਗਈ। ਹਾਂ, ਪੂਰੀ ਕੱਟੜਤਾ ਪੰਜਾਬੀ ਜਿਹੜੀ ਲਾਹੌਰੀ ਬੋਲੀ ਨਾ, ਕਈ ਸ਼ਬਦ ਲਾਈਕ ਸਾਨੂੰ ਪਤਾ ਹੀ ਨਹੀਂ। ਅਸੀਂ ਤੇ ਇਹ ਕਹਿਣਾ ਚਾਹਾਂਗੇ ਵੀ ਉਹ ਬੋਲੀ ਜ਼ਰੂਰ ਆਪਣੀ ਪੰਜਾਬੀ ਹੀ ਲਿਖਾਉਣ ਜਿਹੜੇ ਪੰਜਾਬੀ ਹਨ, ਭਾਵੇਂ ਉਹ ਪਾਕਿਸਤਾਨ ਵਾਲੇ ਨੇ, ਭਾਵੇਂ ਉਹ ਭਾਰਤ ਵਾਲੇ ਨੇ ਜੀ। ਅਸੀਂ ਆਪਣੇ ਵੱਲੋਂ ਭਾਰਤ ਵਾਲੇ ਇਹ ਵੀ ਆਫਰ ਉਹਨਾਂ ਨੂੰ ਦੇ ਦਈਏ ਕਿ ਭਾਈ ਸਾਹਿਬ ਫਾਇਦਾ ਸਾਰਾ ਤੁਸੀਂ ਲੈ ਲਿਓ, ਪਰ ਫਾਇਦੇ ਨੁਕਸਾਨ ਚ ਪੈ ਕੇ ਆਪਣੀ ਬੋਲੀ ਨਾ ਕੋਈ ਹੋਰ ਲਿਖਾ ਦਿਓ ਜਿਹੜੀ ਹੈ ਹੀ ਨਹੀਂ। ਫਾਇਦਾ ਸਾਰਾ ਤੁਸੀਂ ਲੈ ਲਿਓ, ਪਾਕਿਸਤਾਨ ਵਾਲੇ ਲੈ ਲਓ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ। ਨੋ ਵੀ ਆਰ ਆਲ ਇਕੁਅਲ, ਫਾਇਦਾ ਹੋਣਾ ਚਾਹੀਦਾ, एवरीवन इज इक्वल ਜੀ ਜੀ, ਹੈ ਨਾ। ਸੋ ਇਸ ਕਰਕੇ ਆਪਣੀ ਉਹ ਬੋਲੀ ਲਿਖਾਓ ਜਿਹੜੀ ਤੁਹਾਡੀ ਹੈਗੀ ਆ, ਤੇ ਕਿਸੇ ਤਰ੍ਹਾਂ ਦੇ ਇਹ ਵਿਤਕਰੇ ਭਰਪੂਰ ਸੰਦੇਸ਼ ਨੂੰ ਸੁਣ ਕੇ ਗੁੰਮਰਾਹ ਨਹੀਂ ਹੋਣਾ। ਉਹ ਵੀ ਕੈਨੇਡਾ ਵਰਗੀ ਧਰਤੀ ਤੇ ਜਿਹੜਾ ਬੰਦਾ ਇਸ ਤਰ੍ਹਾਂ ਦੇ ਮੈਸੇਜ ਸੁਣ ਕੇ ਗੁੰਮਰਾਹ ਹੋਊਗਾ ਜੀ, ਤੇ ਫਿਰ ਸਮਝਿਆ ਜਾਊਗਾ ਵੀ ਦਿਮਾਗ ਪੂਰੀ ਤਰ੍ਹਾਂ ਸਾਫ਼ ਨਹੀਂ ਕੀਤਾ ਜਹਾਜ਼ 'ਚ ਬੈਠਣ ਤੋਂ ਪਹਿਲਾਂ ਜੀ। Alright, 9058131320 905 813 1320। IPTV ਦੀ ਗੱਲਬਾਤ ਕਰ ਲਈ ਕਿ ਮਦਰ ਡੇ ਸਪੈਸ਼ਲ ਇੱਕ ਵਾਰੀ ਫਿਰ ਤੋਂ ਰੰਗਲਾ ਪੰਜਾਬ, ਜਿੱਥੇ ਤੁਸੀਂ ਸਬਸਕ੍ਰਿਪਸ਼ਨ ਲੈਂਦੇ ਹੋ ਤਾਂ ਤੁਹਾਨੂੰ 2 ਮਹੀਨੇ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਇਫ ਯੂ ਰਜਿਸਟਰ ਟੁਡੇ। ਸ਼ਰਤ ਇੱਕੋ ਹੀ ਹੈ ਜੀ, ਤੁਸੀਂ ਕਾਲ ਕਰਨੀ ਹੈ 647-554-5859 647-554-5859। ਸਿੰਪਲ ਜੀ ਗੱਲ ਕਹਿਣੀ ਹੈ ਜੀ, ਹੈਪੀ ਮਦਰਸ ਡੇ, ਤੁਹਾਨੂੰ ਇਹ ਡੀਲ ਮਿਲ ਜਾਵੇਗੀ। ਉਸ ਤੋਂ ਬਾਅਦ ਰਾਈਟ ਵੇ ਤੁਸੀਂ ਗੱਡੀ ਘੁਮਾਉਣੀ ਹੈ 25 ਚੈਰੀ ਕੈਸਟ ਡਰਾਈਵ, ਜਿੱਥੇ ਜੌਲ ਸਾਹਿਬ, ਇੱਕ ਹੋਰ ਜੌਲ ਸਾਹਿਬ ਹਰਮਿੰਦਰ ਜੌਲ ਜੀ, ਉਹਨਾਂ ਕੋਲ ਤੁਸੀਂ ਫ੍ਰੀ ਮਾਸਕ ਲੈ ਸਕਦੇ ਹੋ। 50 ਮਾਸਕ ਬਿਲਕੁਲ ਫ੍ਰੀ ਤੁਹਾਨੂੰ ਦਿੱਤੇ ਜਾ ਰਹੇ ਨੇ। ਐਂਡ ਤੀਸਰੀ ਗੱਲ, ਗ੍ਰੈਬ ਅ ਪੀਜ਼ਾ ਦੇ ਸ਼ੌਨ ਬਾਈ ਜੀ ਵੱਲੋਂ ਕੱਲ ਨੂੰ ਫ੍ਰੀ ਪੀਜ਼ਾ ਦਿੱਤਾ ਜਾਵੇਗਾ ਜੀ 60 ਤੋਂ ਲੈ ਕੇ 100 ਸਾਲ ਦੀ ਉਮਰ ਤੱਕ। ਸੋ ਚੋਪੜੀਆਂ ਤੇ ਨਾਲੇ ਦੋ ਸਿੰਪਲ ਜੀ ਗੱਲ ਹੈ, ਕਾਲ ਕਰ ਸਕਦੇ ਹੋ 647-554-5859 647-554-5859। ਜੌਲ ਸਾਹਿਬ ਕਹਿੰਦੇ ਨੇ ਕਿ 2 ਵਿਅਕਤੀਆਂ ਦੀ ਮੌਤ ਹੋਈ ਜੀ ਮਿਸਿਸਾਗਾ ਦੇ ਵਿੱਚ, ਇਹਦੀ ਕੀ ਗੱਲਬਾਤ ਆ? ਅਰਸ਼ੀ ਉਹੀ ਗੱਲਬਾਤ ਆ ਜਿਹੜੀ ਆਪਾਂ ਸਦਾ ਕਹਿੰਦੇ ਆ ਵੀ ਇੱਕ ਤੇ ਜੇ ਗੱਡੀ ਸੜਕ ਤੇ ਲੈ ਆਂਦੀ ਆ, ਭਾਵੇਂ ਮੋਟਰਸਾਈਕਲ ਆ, ਕਿਉਂਕਿ ਇੱਕ ਮੋਟਰਸਾਈਕਲ ਵਾਲੇ ਦੇ ਵੀ ਸੱਟਾਂ ਵੱਜ ਗਈਆਂ ਅੱਜ ਟੋਰਾਂਟੋ 'ਚ ਜੀ, ਕਿਉਂਕਿ ਰੁੱਤ ਮੋਟਰਸਾਈਕਲਾਂ ਦੀ ਹਜੇ ਆਈ ਨਹੀਂ ਹੁੰਦੀ ਤੇ ਬੰਦੇ ਮਰਨੇ ਸ਼ੁਰੂ ਹੋ ਜਾਂਦੇ ਸੜਕਾਂ ਤੇ। ਜੀ ਜੀ ਜੀ, ਮੋਟਰਸਾਈਕਲ ਇੱਥੇ ਹੌਬੀ ਆ, ਨਾ ਕਿ ਤੁਹਾਡੀ ਕੋਈ ਜ਼ਰੂਰਤ ਆ। ਜੇ ਹੌਬੀ ਨੂੰ ਹੀ ਹੁਣ ਤੁਸੀਂ ਆਪਣਾ ਜਾਨ ਦਾ ਖੌਅ ਬਣਾ ਲੈਣਾ ਤੇ ਫਿਰ ਤੇ ਆਪਣੀ ਚੁਆਇਸ ਹੈ ਨਾ। ਪਰ ਇਹ ਜਿਹੜਾ ਮਾਰੂ ਐਕਸੀਡੈਂਟ ਮਿਸਿਸਾਗਾ ਦੇ ਵਿੱਚ ਸਵੇਰ ਸਾਰਾ ਅੱਜ ਵਾਪਰਿਆ, ਉਹਦੇ ਵਿੱਚ 2 ਹੀ ਬੰਦੇ ਸੀ ਕਾਰ ਦੇ ਵਿੱਚ ਤੇ ਦੋਨਾਂ ਦੀ ਮੌਕੇ ਤੇ ਮੌਤ। ਹੁਣ ਮੌਕੇ ਤੇ ਮੌਤ ਦੀ ਆਪਾਂ ਗੱਲ ਕਿੱਦਾਂ ਚੱਲਦੇ ਵੀ ਗੱਲ ਇਹ ਬਰਨਹਮਥੌਰ ਰੋਡ ਤੇ ਜਦੋਂ ਗੱਡੀ ਜਾ ਰਹੀ ਆ ਤੇ ਉਹ ਸੜਕੋਂ ਲੈ ਕੇ ਖੰਭੇ 'ਚ ਵੱਜ ਗਈ ਆ, ਗੱਡੀ ਤਬਾਹ ਹੋ ਗਈ ਆ ਖੰਭੇ 'ਚ।
ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਜਾਣੀ ਸਪੀਡ ਦੀ ਗੱਲ ਆਉਂਦੀ, ਰਫ਼ਤਾਰ ਦੀ। ਇਹੋ ਜਿਹੇ ਐਕਸੀਡੈਂਟ, ਸਿੰਗਲ ਵਹੀਕਲ ਐਕਸੀਡੈਂਟ, ਉਹਦੇ ਵਿੱਚ ਹੋਰ ਨਹੀਂ ਗੱਡੀ ਵੱਜੀ, ਕੁਛ ਨਹੀਂ ਹੋਇਆ। ਹੁਣ ਦੋਨੇ ਹੀ ਜਾਣੀ ਕਿ ਮੌਕੇ ਤੇ ਉਹਨਾਂ ਦੀ ਡੈਥ। ਇੱਕ ਤਾਂ ਬਾਹਰ ਨਿਕਲ ਕੇ ਡਿੱਗਿਆ, ਬਾਹਰ ਨਿਕਲ ਕੇ ਹੁਣ ਕਦੋਂ ਡਿੱਗਦਾ ਆਪਾਂ ਦੱਸਦੇ ਕਿੰਨੀ ਵਾਰੀ, ਕਿ ਜਦੋਂ ਸੀਟ ਬੈਲਟ ਨਹੀਂ ਲੱਗੀ ਜੀ। ਉਹ ਹੁਣ ਸੀਟ ਬੈਲਟ ਨਹੀਂ ਲੱਗੀ ਤੇ ਜਦੋਂ ਗੱਡੀ ਨੇ ਪਲਟਣਾ ਜਾਂ ਏਦਾਂ ਇੱਕਦਮ ਇੰਪੈਕਟ ਜਿਹੜਾ ਉਹ ਮਤਲਬ ਜ਼ਬਰਦਸਤ ਹੋਣਾ ਤੇ ਉਹ ਵੁੜਕ ਕੇ ਬਾਹਰ ਡਿੱਗਣਾ ਹੀ ਆ, ਗੱਡੀ ਦੇ ਦਰਵਾਜ਼ੇ ਖੁੱਲਣੇ ਆ ਤੇ ਡਿੱਗਣਾ ਗਿੱਚੀ ਭਾਰ ਆ। ਗਿੱਚੀ ਭਾਰ ਡਿੱਗਣਾ ਦਾ ਮਤਲਬ ਕਿ ਗਿੱਚੀ ਦੀ ਹੱਡੀ ਉਸੇ ਵੇਲੇ ਟੁੱਟ ਕੇ ਤੇ ਮੌਕੇ ਤੇ ਔਨ ਦਾ ਸਪੌਟ ਡੈਥ ਜਿਹੜੀ ਉਹ 100% ਸ਼ੋਰ ਆ ਜੀ। ਸੋ ਇਸ ਕਰਕੇ ਇਹ ਸਪੀਡਿੰਗ ਦੇ ਨਾਲ ਨਾਲ ਤਦੇ ਕਰਕੇ ਜਿਹੜੀ ਪੁਲਿਸ ਆ ਆਪਣੀ ਕੰਪੇਨ ਦੇ ਵਿੱਚ ਸਦਾ ਹੀ ਜਾਣੀ ਕਿ ਵੀ ਇਹ ਸੀਟ ਬੈਲਟ ਦੀ ਅਵੇਅਰਨੈਸ ਬਾਰੇ, ਵੀ ਸੀਟ ਬੈਲਟ ਨੂੰ ਬਹੁਤ ਸਾਰਿਆਂ ਨੇ ਆਫਤ ਜਾਂ ਕਹ ਲਓ ਵੀ ਹਊਆ ਬਣਾਇਆ ਹੋਇਆ ਜੀ, ਵੀ ਸ਼ਾਇਦ ਜੇ ਮੈਂ ਸੀਟ ਬੈਲਟ ਲਾ ਲਈ ਤੇ ਇਹਦੇ ਵਿੱਚ ਫਾਇਦਾ ਪੁਲਿਸ ਦਾ ਹੋਣਾ, ਹਨਾ, ਫਾਇਦਾ ਇਹਦੇ ਵਿੱਚ ਸਰਕਾਰ ਦਾ ਹੋਣਾ। ਨਹੀਂ, ਸੀਟ ਬੈਲਟ ਹਰ ਇੱਕ ਵਿਅਕਤੀ ਜਿਹੜਾ ਕਿ ਗੱਡੀ ਦੇ ਵਿੱਚ ਸਵਾਰ ਹੋ ਗਿਆ ਉਹਦੀ ਆਪਣੀ ਜਾਨ ਦੀ ਰਖਵਾਲੀ ਵਾਸਤੇ ਹੈ, ਉਹਦੀ ਆਪਣੀ ਸੇਫਟੀ ਦੇ ਵਾਸਤੇ ਆ। ਵੀ ਕੱਲ ਨੂੰ ਹੁਣ ਦੇਖੋ ਮੌਕੇ ਤੇ ਮੌਤਾਂ ਦੋ, ਇਹ ਹਜੇ ਪੁਲਿਸ ਨੇ ਚਲੋ ਆਈਡੈਂਟੀਟੀ ਨਹੀਂ ਦੱਸੀ, ਉਮਰਾਂ ਨਹੀਂ ਦੱਸੀਆਂ, ਇਹ ਜ਼ਰੂਰ ਯੰਗ ਏਜ ਦੇ ਬੰਦੇ ਹੋਣਗੇ, ਹਨਾ। ਸੋ ਇਸ ਕਰਕੇ ਬਾਅਦ ਦੇ ਵਿੱਚ ਫਿਰ ਆਪਾਂ ਪਰੇਸ਼ਾਨ ਹੁੰਦੇ ਆ, ਪਛਤਾਉਂਦੇ ਆ, ਰੋਂਦੇ ਆ, ਉਹ ਸਭ ਕੁਛ ਹੈ। ਪਰ ਇਹਦੇ ਨਾਲ ਹੀ ਪੁਲਿਸ ਵੀ ਸਦਾ ਇਹ ਕਹਿੰਦੀ ਜਿੰਨੇ ਵੀ ਇਹ ਐਕਸੀਡੈਂਟ ਹੁੰਦੇ ਆ, ਮੈਜੋਰਿਟੀ ਐਕਸੀਡੈਂਟਸ ਆ ਜਿਹੜੇ ਇਹ ਅਵੋਇਡੇਬਲ ਹੁੰਦੇ, ਇਹਨਾਂ ਤੋਂ ਬਚਿਆ ਜਾ ਸਕਦਾ ਜੇ ਡਰਾਈਵਰ ਥੋੜਾ ਜਿਹਾ ਡਰਾਈਵਿੰਗ ਕਰਦੇ ਆ ਆਪਣੀ ਹੋਸ਼ ਕਾਇਮ ਰੱਖਣ। बिल्कुल जॉल साहब, you're absolutely correct कि speeding is a very big factor and यही ਅਸੀਂ ਬਾਰ-ਬਾਰ ਇਹ ਕਹਿ ਰਹੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਸਿਕਿਉਰ ਰੱਖੋ ਜੀ, drive safe, do not speed and do not, again obviously you shouldn't drink and drive। 905 813 1320 905 813 1320। जॉल साहब लास्ट खबर काफी मेरे वास्ते काफी सैड है खबर, बिकॉज obviously everybody knows ਹਾਲੇ ਹੁਣੀ ਮੁੰਡੇ ਦਾ ਨਵਾਂ ਵਿਆਹ ਹੋਇਆ ਤੇ ਮਿਸਿਸ ਇਜ਼ ਸਟਿਲ ਸਟਕ ਇਨ ਇੰਡੀਆ ਐਂਡ ਕਈ ਇੱਦਾਂ ਦੇ ਕਾਫੀ ਲੋਕ ਨੇ ਜਿਹੜੇ ਸਟਕ ਨੇ ਇੰਡੀਆ ਦੇ ਵਿੱਚ ਬਿਕਾਜ਼ ਆਫ ਦਿਸ ਅਨਾਊਂਸਮੈਂਟ ਜੋ ਟਰੂਡੋ ਸਰਕਾਰ ਨੇ ਅਚਾਨਕ ਸੋਚਿਆ ਸੀ ਕਿ ਸਾਨੂੰ 2-3 ਦਿਨ ਲੀਨੀਅੰਸੀ ਦੇਣਗੇ, ਬਟ ਨੋ, ਇਹਨਾਂ ਨੇ ਥਾਂ ਸੋਟਾ ਮਾਰਿਆ ਕਿ ਰਾਈਟ ਅਵੇ ਬੰਦ ਕੀਤੇ ਜਾਵੇਗੀਆਂ ਫਲਾਈਟਾਂ। ਅਮਰੀਕਾ ਨੇ ਤਾਂ 2-3 ਦਿਨ ਲੀਨੀਅੰਸੀ, ਆਈ ਨੋ ਲੁੱਕ ਐਟ ਦੈਟ। ਸਿੱਖਣਾ ਚਾਹੀਦਾ ਸੀ ਅਮਰੀਕਾ ਨੂੰ। ਪਰ ਇਹ ਨਾ ਕਈ ਮਹੀਨਿਆਂ ਤੋਂ ਕਹਿ ਰਹੇ ਸੀ ਵੀ ਬਚ ਜਾਓ ਜੀ, ਤੁਹਾਨੂੰ ਅਸੀਂ ਕਹਿ ਰਹੇ ਘਰੋਂ ਬਾਹਰ ਨਾ ਜਾਓ ਤੇ ਤੁਸੀਂ ਮੁਲਕੋਂ ਬਾਹਰ ਜਾ ਰਹੇ ਹੋ ਤੇ ਫੇਰ ਤੁਸੀਂ ਕਹਿਣਾ ਵੀ ਹੁਣ ਅਸੀਂ ਫਸ ਗਏ ਤੇ ਫੇਰ ਜਾਣੀ ਕਿ ਸਾਡੇ ਲਈ ਲਿਆਉਣਾ ਤੁਹਾਨੂੰ ਔਖਾ ਹੋ ਜਾਣਾ। ਤੇ ਕੋਵਿਡ ਕਰਕੇ ਸਿਚੁਏਸ਼ਨ ਜੀ ਕਿਸੇ ਵੇਲੇ ਵੀ ਚੇਂਜ ਹੋ ਸਕਦੀ ਆ। ਸੋ ਉਹਦੇ ਵਿੱਚ ਫਿਰ ਇਹ ਸਿਚੁਏਸ਼ਨ ਬਣ ਗਈ ਵੀ ਇੰਡੀਆ ਦੇ ਵਿੱਚ ਇਹ ਸੈਕੰਡ ਵੇਵ ਆ ਗਈ ਤੇ ਡਿਸੀਜਨ ਆ ਜਿਹੜਾ ਗਵਰਨਮੈਂਟ ਨੂੰ ਔਨ ਦੀ ਸਪੌਟ ਇਹ ਲੈਣਾ ਪਿਆ ਵੀ ਨਹੀਂ ਜੀ ਇਮੀਡੀਏਟਲੀ ਅਸੀਂ ਜਿਹੜੀਆਂ ਫਲਾਈਟ ਸਾਨੂੰ ਬੰਦ ਕਰਨੀਆਂ ਪੈਣਗੀਆਂ ਹੁਣ। ਲੇਕਿਨ ਕਿ ਮਾਹੌਲ ਉਹ ਨਹੀਂ ਆ ਜੋ ਪਿਛਲੇ ਸਾਲ ਮਾਰਚ, ਅਪ੍ਰੈਲ, ਮਈ, ਜੂਨ ਦੇ ਦੌਰਾਨ ਸੀਗਾ ਵੀ ਜਿੰਨੇ ਲੋਕ ਉੱਥੇ ਫਸੇ ਹੋਏ ਸੀ ਚਾਣ ਚੱਕ ਪਈ ਉਹਨਾਂ ਨੂੰ ਲਿਆਉਣ ਲਈ ਸਪੈਸ਼ਲ ਜਹਾਜ਼, ਬਾਕੀ ਬਹੁਤ ਆਊਟਕ੍ਰਾਈ ਆਪਾਂ ਸੁਣਦੇ ਸੀ। ਪਰ ਹੁਣ ਆਪਾਂ ਦੇਖਦੇ ਹਾਂ ਪੂਰਾ ਮਾਹੌਲ ਸ਼ਾਂਤ ਹੈ ਜੀ। ਇੱਕ ਤਾਂ ਕੋਈ ਬਹੁਤ ਵੱਡਾ ਨੰਬਰ ਨਹੀਂ ਆ, ਉੱਥੇ ਗਏ ਹੋਏ ਲੋਕ ਜ਼ਰੂਰ ਨੇ ਪਰ ਕੋਈ ਬਹੁਤ ਵੱਡਾ ਉਹਨਾਂ ਦਾ ਨੰਬਰ ਨਹੀਂ ਗਾ ਜਿਹੜੇ ਉੱਥੇ ਸਟਕ ਹੋਣ, ਕਿਉਂਕਿ ਸਿਚੁਏਸ਼ਨ ਤੇ ਆਪਾਂ ਦੇਖ ਰਹੇ ਹਾਂ 13-14 ਮਹੀਨਿਆਂ ਤੋਂ ਜਿਹੜੀ ਚੱਲ ਹੀ ਰਹੀ ਹੈ ਜੀ ਜੀ। ਸੋ ਉਹਦੇ ਕਰਕੇ ਅੱਜ ਵੈਸੇ ਇੰਡੀਅਨ ਕੌਂਸੂਲੇਟ ਤੇ ਉਹ ਧੀਰਜ ਪਾਰੀਕ ਹੋਣਾ ਨਾਲ ਮੇਰੀ ਗੱਲ ਵੀ ਹੋ ਰਹੀ ਸੀ ਇੱਥੇ ਟੋਰਾਂਟੋ, ਤੇ ਮੈਂ ਕਿਹਾ ਜੀ ਵੀ ਇੱਥੇ ਤੁਹਾਨੂੰ ਫੋਨ ਫਾਨ ਨਹੀਂ ਆ ਰਹੇ ਵੀ ਪਿੱਛੇ ਜਿਹੜੇ ਇੰਡੀਅਨ ਇੱਥੇ ਸਿਟੀਜ਼ਨ ਫਸ ਗਏ ਸੀ ਉਹਨਾਂ ਨੂੰ ਤੁਸੀਂ ਕੱਢ ਰਹੇ ਸੀ ਇੱਥੋਂ, ਵੀ ਉਹਨਾਂ ਨੇ ਜਿਹਨਾਂ ਨੇ ਇੰਡੀਆ ਜਾਣਾ ਸਪੈਸ਼ਲ ਫਲਾਈਟਾਂ ਵਗੈਰਾ ਦਾ ਅਰੇਂਜਮੈਂਟ ਕਰ ਰਹੇ ਸੀ, ਹੁਣ ਨਹੀਂ ਕਰ ਰਹੇ ਜੀ। ਤੇ ਸਾਨੂੰ ਤੇ ਇੱਕ ਵੀ ਫੋਨ ਨਹੀਂ ਆਇਆ ਕਿਸੇ ਦਾ, ਅੱਛਾ, ਹਨਾ। ਤੇ ਵੀ ਆਮ ਜਿਹੜੇ ਐਮਰਜੈਂਸੀ ਕਾਲ ਤਾਂ ਆਉਂਦੀਆਂ ਹੀ ਆ ਵੀ ਉੱਥੇ ਕਿਸੇ ਨੂੰ ਕੋਈ ਫੈਮਿਲੀ ਦੀ ਐਮਰਜੈਂਸੀ ਹੋ ਗਈ, ਕੋਈ ਡੈਥ ਕੇਸ ਹੋ ਗਿਆ, ਉਹ 3-4 ਹੀ ਕਾਲ ਕਹਿੰਦੇ ਉਹ ਵੀ ਉਹ ਦਿੰਦੀਆਂ ਆਈਆਂ, ਕੋਈ ਖਾਸ ਨਹੀਂ। ਅੱਛਾ ਜੀ। ਸੋ ਇਸ ਕਰਕੇ ਇੰਡੀਅਨ ਇੱਥੇ ਕੋਈ ਸਟਕ ਹੋਣ ਉਹ ਤੇ ਹੋ ਸਕਦਾ ਹੋਣ, ਪਰ ਉਹਨਾਂ ਦੀ ਜਾਣ ਦੀ ਇੱਛਾ ਹੋਵੇ ਇੱਦਾਂ ਦੀ ਜਿਹੜੀ ਗੱਲ ਨਹੀਂ ਪਤਾ ਲੱਗ ਰਹੀ। ਕਿਉਂਕਿ ਜੇ ਕਿਸੇ ਨੇ ਜਾਣਾ ਹੀ ਸੀ ਤੇ ਜਹਾਜ਼ ਤੇ ਏਅਰ ਇੰਡੀਆ ਤੇ ਏਅਰ ਕੈਨੇਡਾ ਦੀਆਂ ਤੇ ਸਿੱਧੀਆਂ ਫਲਾਈਟਾਂ ਚੱਲਦੀਆਂ ਰਹੀਆਂ ਤੇ ਜਿਨ੍ਹਾਂ ਨੇ ਜਾਣਾ ਸੀ ਉਹ ਚਲੇ ਵੀ ਗਏ ਹਨ। ਤੇ ਬਾਕੀ ਜਿਨ੍ਹਾਂ ਨੂੰ ਇਹ ਅਪਰਚੁਨਿਟੀ ਲੱਗੀ ਨੈਚੁਰਲੀ ਫਿਰ ਉਹਨਾਂ ਨੇ ਜਾਣਾ ਕੀ ਸੀ ਜਾਂ ਹੁਣ ਵੀ ਉਹ ਕੀ ਜਾਣਗੇ। ਤੇ ਉਸ ਲਿਹਾਜ਼ ਨਾਲ ਜਾਣੀ ਇੱਥੋਂ ਕੋਈ ਵੱਡੀ ਆਊਟਕ੍ਰਾਈ ਨਹੀਂ ਹੈਗੀ, ਪਰ ਹਾਂ ਟਾਵੇਂ ਆਪਣੇ ਜਿਹੜੇ ਕੈਨੇਡੀਅਨ ਸਿਟੀਜ਼ਨ ਆ ਜੀ ਵੀ ਉਹ ਉੱਥੇ ਸਟਕ ਜ਼ਰੂਰ ਨੇ। ਮੈਨੂੰ ਜੀ ਬਠਿੰਡਾ ਤੋਂ ਵੀ ਕੱਲ ਮੈਸੇਜ ਆਇਆ ਸੀ, ਉਹਨਾਂ ਨੇ ਵੈਸੇ ਕਿਹਾ ਸੀਗਾ ਵੀ ਕਾਫੀ ਉਹਨਾਂ ਨੇ ਸਿਚੁਏਸ਼ਨ ਆ ਜਿਹੜੀ ਪੰਜਾਬ ਦੇ ਵਿੱਚ ਨਾ ਤਰਸਯੋਗ ਦੱਸੀ ਸੀ, ਰਿਕਾਰਡ ਕਰਕੇ ਭੇਜੀ ਆਪਣੀ ਗੱਲਬਾਤ ਹੋਈ ਜੀ। ਕੋਈ ਟਾਵਾਂ ਘਰ ਬਚਿਆ ਹੋਊਗਾ ਜਿੱਥੇ ਕੋਈ ਮਰੀਜ਼। ਸੋ ਮਾਹੌਲ ਕਾਫੀ ਚਿੰਤਾ ਭਰਪੂਰ ਹੈ ਕਰੋਨਾ ਵਾਇਰਸ ਕਰਕੇ। ਇਸ ਕਰਕੇ ਕੈਨੇਡਾ ਛੱਡ ਕੇ ਜੇ ਕੋਈ ਜਾ ਵੀ ਸਕਦਾ ਹੋਵੇ ਤੇ ਸ਼ਾਇਦ ਇਸ ਵੇਲੇ ਉਹ ਆਪਣੀ ਜੇ ਜਾਨ ਬਚਾਉਣਾ ਚਾਹੁੰਦੇ ਹੋਣ ਤੇ ਨਾ ਹੀ ਜਾਣ ਦਾ ਫੈਸਲਾ ਕਰਨ। ਪਰ ਜਦੋਂ ਇਹ ਐਮਰਜੈਂਸੀਜ਼ ਹੋ ਜਾਂਦੀਆਂ ਨਾ ਜੀ, ਪੇਰੈਂਟਸ ਹੈ, ਫੈਮਿਲੀ ਆ, ਵੀ ਕੋਈ ਇਸ ਤਰ੍ਹਾਂ ਦਾ ਮਤਲਬ ਵਾਪਰ ਗਈ, ਡੈਥ ਕੇਸ ਹੋ ਗਿਆ ਜਾਂ ਵਗੈਰਾ,
ਕਾਫੀ ਹਾਰਡ ਟਾਈਮ ਹੁੰਦਾ ਫੈਮਿਲੀ ਨਾਲ ਉਸ ਵੇਲੇ ਜੀ, ਬਹੁਤ ਮੁਸ਼ਕਿਲ ਹੋ ਜਾਂਦਾ। ਪਰ ਹੁਣ ਆਪਸ਼ਨ ਕੋਈ ਨਹੀਂ, ਦੇਖੋ ਸਾਰੇ ਆਪਾਂ ਇੱਕੋ ਹੀ ਬੋਟ ਦੇ ਵਿੱਚ ਹੈਗੇ ਆ। ਜੋ ਇਹ ਸਿਚੁਏਸ਼ਨ ਚੱਲ ਰਹੀ ਹੈ 150 ਕੰਟਰੀਜ਼ ਦੇ ਵਿੱਚ, ਹੈ ਨਾ, ਡੇਲੀ ਬੇਸਿਸ ਤੇ ਕਿਤੇ ਨਾ ਕਿਤੇ ਡੈਥਸ ਹੋ ਰਹੀਆਂ, ਪਰ ਇਹ ਵੈਕਸੀਨ ਕਰਕੇ ਸਿਚੁਏਸ਼ਨ ਕਾਫੀ ਬੈਟਰ ਜਿਹੜੀ ਆ ਹੁੰਦੀ ਜਾ ਰਹੀ ਆ। ਇਹ ਲੱਗ ਰਿਹਾ 60 ਕੁ ਦਿਨ ਜਿਹੜੇ ਆ ਜ਼ਿਆਦਾ ਔਖੇ ਆ। ਅਮਰੀਕਾ ਨੇ ਤਾਂ 1 ਜੁਲਾਈ ਅਨਾਉਂਸ ਕੀਤਾ ਹੋਇਆ, ਸਾਡੇ ਵੀ ਇੱਥੇ ਜਿਹੜੀ ਹੋਪ ਅੱਜ ਵੀ ਉਹ ਬਣਦੀ ਜਾ ਰਹੀ ਆ। ਸੋ ਥੋੜਾ ਬਹੁਤਾ ਜਿੰਨਾ ਇੰਨਾ ਸਮਾਂ ਆਪਾਂ ਔਖਾ ਕੱਟ ਲਿਆ, ਸਾਲ ਸਵਾ ਸਾਲ, 2 ਮਹੀਨੇ ਹੋਰ ਕੱਟ ਲਾਂਗੇ ਤੇ ਸਾਰਾ ਕੁਝ ਠੀਕ ਠਾਕ ਹੁੰਦਾ ਲੱਗਦਾ ਜੀ। ਚਲੋ ਜੀ, ਥੈਂਕ ਯੂ ਸੋ ਮਚ ਜੌਲ ਸਾਹਿਬ ਟਾਈਮ ਦੇਣ ਵਾਸਤੇ। ਤੇ ਕੱਲ ਮਦਰਸ ਡੇ ਆ ਐਂਡ ਕੱਲ ਅਸੀਂ ਮਦਰਸ ਡੇ ਮਨਾਵਾਂਗੇ ਤੁਹਾਡੇ ਨਾਲ, ਸਾਰੇ ਨਾਲ। ਐਂਡ ਇੱਕ ਵਾਰੀ ਫਿਰ ਤੋਂ ਜੌਲ ਸਾਹਿਬ ਆਪਣਾ ਨੰਬਰ ਦੇਣਾ ਚਾਹੋਗੇ ਜੀ? ਬਿਲਕੁਲ ਜੀ, ਬਹੁਤ ਮਿਹਰਬਾਨੀ। ਨੰਬਰ ਆਪਣਾ 416 895 3784 416895 3784 ਹੈ ਜੀ। ਇਸ ਨੰਬਰ ਨੂੰ ਸੇਵ ਕਰਕੇ ਆਪਣਾ ਮੈਸੇਜ ਹੈ ਜਿਹੜਾ WhatsApp ਤੇ ਭੇਜਿਆ ਜਾ ਸਕਦਾ, ਤਾਂ ਕਿ ਉਹ ਵੀ ਜੁੜ ਜਾਣ ਨਵੀਂ ਨਵੀਂ ਇਨਫੋਰਮੇਸ਼ਨ ਦੇ ਨਾਲ ਜੀ। ਇਹਦੇ ਨਾਲ ਹੀ ਮੁਬਾਰਕਬਾਦ ਦੇ ਦਈਏ ਵੈਸੇ, ਕਿਉਂਕਿ ਜਿਹੜਾ ਇਹ 40,000 ਐਪਲੀਕੇਸ਼ਨ ਸਟੂਡੈਂਟਸ ਵਾਸਤੇ ਖੋਲੀਆਂ ਸੀ ਨਾ ਜੀ, ਔਰ ਇਹ ਤੁਸੀਂ ਦੇਖੋ ਵੀ 1 ਘੰਟੇ ਦੇ ਵਿੱਚ 1500 ਤੋਂ ਵੀ ਜ਼ਿਆਦਾ ਲੋਕ ਅਪਲਾਈ ਕਰਦੇ। ਕਿਆ ਬਾਤ, ਕਿਆ ਬਾਤ। 25 ਘੰਟਿਆਂ ਦੇ ਵਿੱਚ 40,000 ਐਪਲੀਕੇਸ਼ਨ ਚੱਲ ਗਈਆਂ ਤੇ ਹੁਣ ਉਹ ਕੈਟੇਗਰੀ ਬੰਦ ਵੀ ਹੋ ਗਈ ਕੱਲ 1 ਵਜੇ ਬਾਅਦ, ਹੈ ਨਾ, ਤੋਂ 25 ਘੰਟਿਆਂ ਬਾਅਦ। तो वो लेकिन कि दूसरियां ਜਿਹੜੀਆਂ ਅਸੈਂਸ਼ੀਅਲ ਵਰਕਰਸ ਵਾਲੀਆਂ ਕੈਟੇਗਰੀਜ਼ ਦੋਨੇ ਖੁੱਲੀਆਂ ਨੇ, ਉਹਦੇ ਵਿੱਚ ਵੀ ਸਪੀਡ ਜਿਹੜੀ ਅੱਜ ਥੋੜੀ ਤੇਜ਼ ਹੋਈ ਹੈ ਐਪਲੀਕੇਸ਼ਨ ਸਬਮਿਸ਼ਨ ਦੀ। ਪਰ ਜਿਹੜੇ ਸਟੂਡੈਂਟਸ ਨੇ ਉਹ ਜੀ ਕੋਈ ਮੱਲ ਮਾਰ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਨੰਬਰ ਲੱਗਾ ਸੀ ਉਹਨਾਂ ਨੂੰ ਮੁਬਾਰਕਬਾਦ ਆਖੀਏ। ਸੋ ਲੇਕਿਨ ਕਿ ਇਹ ਨਾ ਤੇ ਪਹਿਲਾ ਮੌਕਾ ਸੀ ਕੈਨੇਡਾ 'ਚ ਪੱਕੇ ਹੋਣ ਦਾ, ਨਾ ਆਖਰੀ ਹੈ। ਕਾਫੀ ਓਪਰਚੁਨਿਟੀ ਮਿਲਦੀ ਰਹਿਣੀ ਹੈ, ਮਿਲਣੀ, ਕਿਉਂਕਿ ਉਹਨਾਂ ਨੂੰ ਆ ਜਿਨ੍ਹਾਂ ਦੇ ਪੱਲੇ ਕੁਝ ਹੋਊਗਾ। ਪੱਲੇ ਕੁਝ ਹੋਊਗਾ ਮਤਲਬ ਕੋਈ ਸਕਿੱਲ ਹੋਏਗੀ, ਕੋਈ ਕੁਆਲੀਫਿਕੇਸ਼ਨ ਹੋਏਗੀ, ਐਜੂਕੇਸ਼ਨ ਦੀ, ਕੋਈ ਲੈਂਗੁਏਜ ਦੀ ਕੰਪੀਟੈਂਸੀ ਵਗੈਰਾ ਵਗੈਰਾ। ਸੋ ਇਸ ਕਰਕੇ ਜਿਨ੍ਹਾਂ ਨੇ LMIA ਵਾਲੇ ਬੇਈਮਾਨੀਆਂ ਦੀ ਰਾਹ ਤੁਰਨਾ ਜਾਣ ਬੁੱਝ ਕੇ ਐਵੇਂ ਭੇਡ ਚਾਲ ਦੇ ਵਿੱਚ, ਇਹ ਉਹਨਾਂ ਦੀ ਆਪਣੀ ਚੁਆਇਸ ਹੈ, ਮਰਜ਼ੀ ਆ। ਪਰ ਜੇ ਕਿਸੇ ਕੋਲ ਕੋਈ ਸਕਿੱਲ ਹੈ, ਬਹੁਤ ਓਪਰਚੁਨਿਟੀਜ਼ PR ਲੈਣ ਦੀਆਂ ਬੜੀਆਂ ਸਿੰਪਲ ਸਟਰੀਮਸ ਹੈਗੀਆਂ। ਸੋ ਘਬਰਾਉਣ ਦੀ ਲੋੜ ਕੋਈ ਨਹੀਂ ਜੀ। ਜੌਲ ਸਾਹਿਬ ਥੈਂਕ ਯੂ ਸੋ ਮਚ ਟਾਈਮ ਦੇਣ ਵਾਸਤੇ ਜੀ। ਥੈਂਕ ਯੂ ਸੋ ਮਚ। ਇਹ ਸੀ ਸਤਪਾਲ ਸਿੰਘ ਜੌਹਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।